ਜੇਲ੍ਹ ਅੰਦਰ ਜੁੱਤੀਆਂ ਬਣਾਉਣ ਵਾਲੇ ਕਾਰਖਾਨੇ ਵਿੱਚ ਜਿੱਥੇ ਜਿੰਮੀ ਬੜੀ ਮਿਹਨਤ ਨਾਲ ਜੁੱਤੀਆਂ ਦੀ ਸਿਲਾਈ ਕਰ ਰਿਹਾ ਸੀ, ਇੱਕ ਸੰਤਰੀ ਆਇਆ ਉਸ ਨੂੰ ਦਫ਼ਤਰ ਲੈ ਗਿਆ। ਉੱਥੇ ਜੇਲ੍ਹ ਦੇ ਵਾਰਡਨ ਨੇ ਜਿੰਮੀ ਦੇ ਹੱਥਾਂ ਵਿੱਚ ਮਾਫ਼ੀਨਾਮਾ ਪਕੜਾ ਦਿੱਤਾ, ਜਿਸ ਉੱਤੇ ਉਸੇ ਦਿਨ ਗਵਰਨਰ ਨੇ ਦਸਤਖਤ ਕੀਤੇ ਸਨ। ਬਿਨਾਂ ਕੁਝ ਉਤਸ਼ਾਹ ਦਿਖਾਏ ਜਿੰਮੀ ਨੇ ਮਾਫ਼ੀਨਾਮਾ ਆਪਣੇ ਹੱਥ ਵਿੱਚ ਫੜ ਲਿਆ। 4 ਸਾਲ ਦੀ ਸਜ਼ਾ ਵਿੱਚੋਂ ਉਸ ਨੇ ਲਗਭਗ 10 ਮਹੀਨੇ ਕੱਟ ਲਏ ਸਨ ਅਤੇ ਉਸ ਨੂੰ ਆਸ ਸੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ 3 ਮਹੀਨੇ ਜੇਲ੍ਹ ਵਿੱਚ ਰਹੇਗਾ। ਜਿੰਮੀ ਵਰਗੇ ਆਦਮੀਆਂ ਨੂੰ ਜੇਲ੍ਹ ਦੀ ਚਾਰਦੀਵਾਰੀ ਵਿੱਚ ਪਹੁੰਚ ਕੇ ਹਜਾਮਤ ਆਦਿ ਕਰਾਉਣਾ ਬੇਅਰਥ ਮਾਲੂਮ ਹੁੰਦਾ ਹੈ, ਇਸ ਲਈ ਉਸ ਦੇ ਵਾਲ ਵਧੇ ਹੋਏ ਸਨ। ਦੇਖ ਜਿੰਮੀ, ਵਾਰਡਨ ਨੇ ਉਸ ਨੂੰ ਆਖਿਆ, ਤੈਨੂੰ ਕੱਲ੍ਹ ਸਵੇਰੇ ਛੱਡ ਦਿੱਤਾ ਜਾਵੇਗਾ। ਤਦ ਤੱਕ ਆਪਣਾ ਹੁਲੀਆ ਠੀਕ ਕਰ ਲੈ ਤੇ ਆਦਮੀ ਦੀ ਸ਼ਕਲ ਵਿੱਚ ਆ ਜਾ। ਤੂੰ ਦਿਲੋਂ ਬੁਰਾ ਨਹੀਂ, ਸੇਫ ਤੋੜਨਾ ਛੱਡ ਦੇ ਤੇ ਚੰਗਾ ਆਦਮੀ ਬਣ ਕੇ ਰਹਿ। ਮੈਂ ਜਿੰਮੀ ਨੇ ਹੈਰਾਨੀ ਦਿਖਾਉਂਦਿਆਂ ਹੋਇਆ ਆਖਿਆ, ਮੈਂ ਆਪਣੇ ਜੀਵਨ ਵਿੱਚ ਕਦੇ ਸੇਫ ਨਹੀਂ ਤੋੜੀ। ਵਾਰਡਨ ਹੱਸਿਆ, ਉਹ ਬਿਲਕੁਲ ਨਹੀਂ। ਤਾਂ ਫਿਰ ਸਪਰਿੰਗਫੀਲਡ ਦੀ ਚੋਰੀ ਦੇ ਮਾਮਲੇ ਵਿੱਚ ਤੈਨੂੰ ਸਜ਼ਾ ਕਿਉਂ ਹੋਈ? ਕੀ ਇਸ ਲਈ ਕਿ ਉੱਚ ਸਮਾਜ ਦੇ ਕਿਸੇ ਵਿਅਕਤੀ ਨੂੰ ਬਦਨਾਮੀ ਤੋਂ ਬਚਾਉਣ ਲਈ ਤੂੰ ਆਪਣੇ ਆਪ ਨੂੰ ਦੂਜੀ ਜਗ੍ਹਾ 'ਤੇ ਹੋਣ ਦੀ ਦਲੀਲ ਨੂੰ ਸਿੱਧ ਨਹੀਂ ਕਰ ਸਕਿਆ, ਜਾਂ ਜੂਰੀ ਦਾ ਕੋਈ ਮੈਂਬਰ ਤੇਰੇ ਨਾਲ ਖਾਰ ਖਾਈ ਬੈਠਾ ਸੀ? ਤੇਰੇ ਜਿਹੇ ਨਿਰਦੋਸ਼ ਆਦਮੀ ਇੰਝ ਹੀ ਫਸਦੇ ਨੇ, ਹੈ ਨਾ? ਜਿੰਮੀ ਨੇ ਉਸੇ ਉਦਾਸੀ ਵਿੱਚ ਆਖਿਆ, ਸਪਰਿੰਗਫੀਲਡ, ਉੱਥੇ ਤਾਂ ਮੈਂ ਆਪਣੇ ਜੀਵਨ ਵਿੱਚ ਕਦੇ ਗਿਆ ਹੀ ਨਹੀਂ। ਵਾਰਡਨ ਨੇ ਮੁਸਕਰਾ ਕੇ ਕਿਹਾ, ਸੰਤਰੀ, ਵਾਪਸ ਲੈ ਜਾ ਇਸ ਨੂੰ ਤੇ ਦੇਖ ਇਸ ਨੂੰ ਬਾਹਰ ਜਾਣ ਵਾਲੇ ਕੱਪੜੇ ਪਹਿਨਾ ਦੇ। ਸਵੇਰੇ 7 ਵਜੇ ਇਸੇ ਨੂੰ ਕੋਠੜੀ ਵਿੱਚੋਂ ਕੱਢ ਕੇ ਦਫ਼ਤਰ ਵਿੱਚ ਹਾਜ਼ਰ ਕਰਨਾ। ਜਿੰਮੀ, ਜੇਕਰ ਤੂੰ ਮੇਰੀ ਸਲਾਹ ਮੰਨ ਕੇ ਚੱਲੇਗਾ ਤਾਂ ਫਾਇਦੇ ਵਿੱਚ ਰਹੇਗਾ। ਅਗਲੇ ਦਿਨ ਸਵੇਰੇ 7 ਵਜੇ ਜਿੰਮੀ ਵਾਰਡਨ ਦੇ ਦਫ਼ਤਰ ਵਿੱਚ ਖੜੋਤਾ ਸੀ। ਉਸ ਨੇ ਇੱਕ ਢਿੱਲਾ ਜਿਹਾ ਭੱਦਾ ਸੂਟ ਪਹਿਨਿਆ ਹੋਇਆ ਸੀ। ਉਸ ਦੇ ਪੈਰਾਂ ਵਿੱਚ ਸਖਤ ਚਮੜੇ ਦੇ ਬੂਟ ਸਨ, ਜਿਹੜੇ ਸਰਕਾਰ ਆਪਣੇ ਜ਼ਬਰਦਸਤੀ ਦੇ ਮਹਿਮਾਨਾਂ ਨੂੰ ਉਹਨਾਂ ਦੇ ਵਿਦਾਇਗੀ ਸਮੇਂ ਦਿੰਦੀ ਹੈ। ਕਲਰਕ ਨੇ ਜਿੰਮੀ ਨੂੰ ਰੇਲ ਦਾ ਟਿਕਟ ਅਤੇ $5 ਦਾ ਨੋਟ ਦਿੱਤਾ। ਸਰਕਾਰ ਨੂੰ ਆਸ ਸੀ ਕਿ ਉਹ ਇਹਨਾਂ $5 ਦੀ ਸਹਾਇਤਾ ਨਾਲ ਇੱਕ ਚੰਗੇ ਨਾਗਰਿਕ ਦੇ ਰੂਪ ਵਿੱਚ ਫਿਰ ਤੋਂ ਆਪਣਾ ਜੀਵਨ ਸ਼ੁਰੂ ਕਰ ਸਕੇਗਾ। ਵਾਰਡਨ ਨੇ ਜਿੰਮੀ ਨੂੰ ਇੱਕ ਸ਼ਿਗਾਰ ਉਪਹਾਰ ਦੇ ਰੂਪ ਵਿੱਚ ਦਿੱਤਾ ਤੇ ਉਸ ਨਾਲ ਹੱਥ ਮਿਲਾਇਆ। ਜਿੰਮੀ ਨਾਂ ਅੱਗੇ ਰਜਿਸਟਰਾਂ ਵਿੱਚ ਲਿਖ ਦਿੱਤਾ ਗਿਆ। ਗਵਰਨਰ ਨੇ ਮੁਆਫ਼ ਕਰ ਦਿੱਤਾ ਤੇ ਜਿੰਮੀ ਨੇ ਬਾਹਰ ਸੂਰਜ ਦੇ ਮੁਕਤ ਪ੍ਰਕਾਸ਼ ਵਿੱਚ ਕਦਮ ਰੱਖੇ। ਚਿੜੀਆਂ ਦੇ ਮਧੁਰ ਸੰਗੀਤ ਨਾਲ ਧਿਆਨ ਦਿੱਤੇ ਬਿਨਾਂ, ਝੂਲਦੇ ਹੋਏ ਹਰੇ ਬ੍ਰਿਛਾਂ ਨੂੰ ਨਾ ਵੇਖਦੇ ਹੋਏ ਤੇ ਫੁੱਲਾਂ ਦੀ ਸੁਗੰਧ ਨੂੰ ਬਿਨਾਂ ਸੁੰਘੇ ਜਿੰਮੀ ਸਿੱਧਾ ਇੱਕ ਹੋਟਲ ਵਿੱਚ ਗਿਆ। ਉੱਥੇ ਉਸ ਨੇ ਤੰਦੂਰੀ ਮੁਰਗੇ ਅਤੇ ਇੱਕ ਬੋਤਲ ਸਫੈਦ ਸ਼ਰਾਬ ਨਾਲ ਮੁਕਤੀ ਦੇ ਆਨੰਦ ਨੂੰ ਮਾਣਿਆ। ਇਸ ਪਿੱਛੋਂ ਇੱਕ ਸਿਗਾਰ ਪੀਤਾ, ਵਾਰਡਨ ਵਾਲੇ ਸ਼ਿਗਾਰ ਨਾਲੋਂ ਇੱਕ ਦਰਜਾ ਉੱਚਾ ਸ਼ਿਗਾਰ। ਉੱਥੋਂ ਸਿੱਧਾ ਸਟੇਸ਼ਨ ਵੱਲ ਤੁਰ ਪਿਆ। ਉਸਨੇ ਫਾਟਕ ਕੋਲ ਬੈਠੇ ਇੱਕ ਮੰਗਤੇ ਵੱਲ ਕੁਝ ਸਿੱਕੇ ਸੁੱਟੇ ਤੇ ਰੇਲ ਦੇ ਡੱਬੇ ਵਿੱਚ ਜਾ ਬੈਠਾ। 3 ਘੰਟੇ ਪਿੱਛੋਂ ਰਾਜ ਦੀ ਹੱਦ ਨਾਲ ਲੱਗਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਪਹੁੰਚ ਗਿਆ। ਸਟੇਸ਼ਨ ਤੋਂ ਉਹ ਆਪਣੇ ਮਿੱਤਰ ਮਾਈਕ ਡੋਨਲ ਦੇ ਕੈਫੇ ਵਿੱਚ ਗਿਆ। ਮਾਈਕ ਬਾਰ ਦੇ ਪਿਛਲੇ ਹਿੱਸੇ ਵਿੱਚ ਬੈਠਾ ਸੀ। ਜਿੰਮੀ ਦੇ ਪਹੁੰਚਦਿਆਂ ਹੀ ਉਸਨੇ ਇਸ ਨਾਲ ਹੱਥ ਮਿਲਾਇਆ। ਜਿੰਮੀ, ਦੁੱਖ ਹੈ ਅਸੀਂ ਤੈਨੂੰ ਪਹਿਲਾਂ ਨਾ ਛੁਡਾ ਸਕੇ। ਸਪਰਿੰਗਫੀਲਡ ਵਾਲਿਆਂ ਦੇ ਵਿਰੋਧ ਪੱਤਰ ਨਾਲ ਸਾਡੇ ਰਸਤੇ ਵਿੱਚ ਕਾਫੀ ਅੜਚਣਾਂ ਆ ਗਈਆਂ ਸਨ ਤੇ ਗਵਰਨਰ ਵੀ ਭੜਕ ਉੱਠਿਆ ਸੀ। ਤੇਰੀ ਤਬੀਅਤ ਤਾਂ ਠੀਕ ਹੈ? ਹਾਂ ਠੀਕ ਹੈ, ਜਿੰਮੀ ਨੇ ਕਿਹਾ। ਮੇਰੀ ਚਾਬੀ? ਮਾਈਕ ਕੋਲੋਂ ਚਾਬੀ ਲੈ ਕੇ ਉਹ ਪੌੜੀਆਂ ਚੜ੍ਹ ਗਿਆ। ਪਿਛਲੇ ਹਿੱਸੇ ਵਿੱਚ ਬਣੇ ਹੋਏ ਆਪਣੇ ਕਮਰੇ ਦਾ ਜਿੰਦਰਾ ਖੋਲ੍ਹਿਆ। ਉਹ ਅੰਦਰ ਗਿਆ। ਸਭ ਕੁਝ ਉਸੇ ਤਰ੍ਹਾਂ ਹੀ ਮਿਲਿਆ ਜਿਵੇਂ ਉਹ ਛੱਡ ਕੇ ਗਿਆ ਸੀ। ਬੈਨ ਪ੍ਰਾਈਜ਼ ਦੇ ਕਾਲਰ ਦਾ ਬਟਨ ਅਜੇ ਤੱਕ ਫਰਸ਼ ਉੱਤੇ ਪਿਆ ਹੋਇਆ ਸੀ। ਜਦ ਉਹ ਪੁਲਿਸ ਜਾਸੂਸ ਜਿੰਮੀ ਨੂੰ ਗ੍ਰਿਫਤਾਰ ਕਰਨ ਲਈ ਆਇਆ ਸੀ ਤਾਂ ਇਹ ਬਟਨ ਹੱਥੋਂ ਪਾਈ ਸਮੇਂ ਟੁੱਟ ਗਿਆ ਸੀ। ਪਲੰਗ ਨੂੰ ਕੰਧ ਨਾਲੋਂ ਖਿੱਚ ਕੇ ਜਿੰਮੀ ਨੇ ਸਿੱਧਾ ਕੀਤਾ। ਫਿਰ ਇੱਕ ਸੂਟਕੇਸ ਬਾਹਰ ਕੱਢਿਆ ਜਿਸ ਉੱਪਰ ਧੂੜ ਜੰਮੀ ਹੋਈ ਸੀ। ਸੂਟਕੇਸ ਨੂੰ ਖੋਲ੍ਹ ਕੇ ਉਸ ਵਿੱਚ ਰੱਖੇ ਹੋਏ ਔਜ਼ਾਰਾਂ ਨੂੰ ਪ੍ਰਸੰਨਤਾਪੂਰਵਕ ਵੇਖਣ ਲੱਗਾ। ਇਹ ਪੂਰਬੀ ਅਮਰੀਕਾ ਵਿੱਚ ਸੇਫ ਤੋੜਨ ਅਤੇ ਸੰਨ ਲਗਾਉਣ ਵਾਲੇ ਸਭ ਤੋਂ ਵਧੀਆ ਔਜ਼ਾਰ ਸਨ। ਵਿਸ਼ੇਸ਼ ਪ੍ਰਕਾਰ ਦੇ ਫੌਲਾਦੀ ਲੋਹੇ ਦੇ ਬਣਾਏ ਗਏ ਔਜ਼ਾਰਾਂ ਦਾ ਪੂਰਾ ਸੈੱਟ, ਜਿਸ ਵਿੱਚ ਜਿੰਮੀ ਦੁਆਰਾ ਬਣਾਏ ਗਏ ਅਜੀਬ ਕਿਸਮ ਦੇ ਔਜ਼ਾਰ ਵੀ ਸਨ ਜਿਨ੍ਹਾਂ ਉੱਤੇ ਉਸ ਨੂੰ ਬੜਾ ਮਾਣ ਸੀ। ਇਹਨਾਂ ਨੂੰ ਸ਼ਹਿਰ ਵਿੱਚ ਗੁਪਤ ਰੂਪ ਨਾਲ ਬਣਾਉਣ ਲਈ ਉਸ ਨੂੰ $900 ਤੋਂ ਵੀ ਵੱਧ ਦੇਣੇ ਪਏ ਸਨ। ਅੱਧੇ ਘੰਟੇ ਪਿੱਛੋਂ ਜਿੰਮੀ ਥੱਲੇ ਉਤਰਿਆ ਅਤੇ ਕੈਫੇ ਵਿੱਚ ਹੋ ਕੇ ਬਾਹਰ ਨਿਕਲ ਆਇਆ।
ਹੁਣ ਉਸ ਨੇ ਬਹੁਤ ਵਧੀਆ ਕੱਪੜੇ ਪਹਿਨੇ ਹੋਏ ਸਨ। ਉਹੀ ਸੂਟ ਕੇ ਉਸਦੇ ਹੱਥ ਵਿੱਚ ਸੀ। ਕਿਸੇ ਸ਼ਿਕਾਰ ਦੀ ਭਾਲ ਵਿੱਚ ਮਾਈਕ ਨੇ ਮਿੱਤਰ ਭਾਵ ਨਾਲ ਪੁੱਛਿਆ। ਜਿੰਮੀ ਨੇ ਜਿਵੇਂ ਉਸ ਦੀ ਗੱਲ ਨਾ ਸਮਝਦਿਆਂ ਹੋਇਆ ਕਿਹਾ, ਮੈਂ ਕੁਝ ਸਮਝਿਆ ਨਹੀਂ। ਮੈਂ ਤਾਂ ਨਿਊਯਾਰਕ ਅਮੂਲਗੇਟਿਡ ਸ਼ਾਰਟ ਸਨੈਪ ਬਿਸਕੁਟ ਕ੍ਰਿਕਟਰ ਐਂਡ ਫਰੇਜਲਟ ਵੀਨ ਕੰਪਨੀ ਦਾ ਏਜੰਟ ਹਾਂ। ਇਹ ਸੁਣ ਕੇ ਮਾਈਕ ਨੂੰ ਇੰਨੀ ਖੁਸ਼ੀ ਹੋਈ ਕਿ ਜਿੰਮੀ ਨੂੰ ਉੱਥੇ ਬੈਠ ਕੇ ਸੋਡਾ ਅਤੇ ਦੁੱਧ ਪੀਣਾ ਪਿਆ। ਜਿੰਮੀ ਦੀ ਰਿਹਾਈ ਦੇ ਇੱਕ ਹਫ਼ਤੇ ਪਿੱਛੋਂ ਰਿਕਮਾਂਡ ਇੰਡੀਆਨਾ ਵਿੱਚੋਂ ਬਹੁਤ ਸਫਾਈ ਨਾਲ ਤਿਜੋਰੀ ਟੁੱਟਣ ਦੀ ਘਟਨਾ ਹੋਈ। ਇਹ ਕਿਸੇ ਉਸਤਾਦ ਦਾ ਕੰਮ ਸੀ ਜਿਸ ਨੂੰ ਫੜਨ ਲਈ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਉੱਥੋਂ ਕੇਵਲ $800 ਗਾਇਬ ਸਨ। 2 ਹਫ਼ਤਿਆਂ ਪਿੱਛੋਂ ਲੋਗਨਸਪੋਰਟ ਵਿੱਚ ਇੱਕ ਪੈਟੈਂਟ ਚੋਰਾਂ ਕੋਲੋਂ ਨਾ ਟੁੱਟਣ ਵਾਲੀ ਨਵੀਂ ਕਿਸਮ ਦੀ ਮਜ਼ਬੂਤ ਸੇਫ ਬਿਨਾਂ ਕੋਈ ਰੁਕਾਵਟ ਦੇ ਖਾਲੀ ਹੋ ਗਈ। $1500 ਗਏ। ਸਾਰੀ ਨਕਦੀ, ਸਿਕਿਉਰਿਟੀ ਵਾਰਡਾਂ ਅਤੇ ਚਾਂਦੀ ਨੂੰ ਹੱਥ ਨਹੀਂ ਲਗਾਇਆ ਗਿਆ। ਇਸ ਦੂਜੀ ਘਟਨਾ ਨਾਲ ਪੁਲਿਸ ਦੇ ਕੰਨ ਖੜੇ ਹੋ ਗਏ। ਫਿਰ ਥੋੜ੍ਹੇ ਦਿਨਾਂ ਪਿੱਛੋਂ ਜੈਫਰਸਨ ਸਿਟੀ ਵਿੱਚ ਪੁਰਾਣੀ ਕਿਸਮ ਦੀ ਇੱਕ ਬੈਂਕ ਸੇਫ ਤੇ $5000 ਗਾਇਬ ਹੋ ਗਏ। ਹੁਣ ਤਾਂ ਗੱਲ ਬਹੁਤ ਵੱਧ ਗਈ ਸੀ ਅਤੇ ਬ੍ਰੇਨ ਪ੍ਰਾਈਜ਼ ਵਰਗੇ ਪ੍ਰਸਿੱਧ ਜਾਸੂਸਾਂ ਨੂੰ ਇਸ ਮਾਮਲੇ ਵਿੱਚ ਦਖਲ ਦੇਣਾ ਪਿਆ ਸੀ। ਜਾਂਚ ਕਰਨ ਪਿੱਛੋਂ ਚੋਰੀ ਦਾ ਢੰਗ ਸਭ ਜਗ੍ਹਾ ਇੱਕੋ ਜਿਹਾ ਹੀ ਪਾਇਆ ਗਿਆ। ਬ੍ਰੇਨ ਪ੍ਰਾਈਜ਼ ਨੇ ਸਾਰੀਆਂ ਘਟਨਾ ਵਾਲੀਆਂ ਥਾਵਾਂ ਦਾ ਦੌਰਾ ਕੀਤਾ ਅਤੇ ਜਾਂਚ ਕੀਤੀ। ਲੋਕਾਂ ਨੇ ਇਸ ਨੂੰ ਕਹਿੰਦਿਆਂ ਹੋਇਆਂ ਸੁਣਿਆ, ਇਹ ਤਾਂ ਜਿੰਮੀ ਦਾ ਹੀ ਕੰਮ ਏ। ਇਹ ਇੰਜ ਸਪਸ਼ਟ ਸੀ ਜਿਵੇਂ ਉਸਨੇ ਹਰ ਥਾਂ 'ਤੇ ਆਪਣੇ ਹਸਤਾਖਰ ਕਰ ਦਿੱਤੇ ਹੋਣ। ਉਸਨੇ ਆਪਣਾ ਕੰਮ ਹੁਣ ਫਿਰ ਚਾਲੂ ਕਰ ਦਿੱਤਾ ਹੈ। ਅੱਖਰਾਂ ਨੂੰ ਜੋੜ ਕੇ ਜੰਦਰੇ ਖੋਲ੍ਹਣਾ ਅਤੇ ਮਜ਼ਬੂਤ ਜੰਦਰਿਆਂ ਨੂੰ ਸਫਾਈ ਨਾਲ ਤੋੜਨਾ ਜਿੰਮੀ ਦਾ ਹੀ ਕੰਮ ਹੈ। ਇਹ ਉਹਨਾਂ ਔਜ਼ਾਰਾਂ ਦਾ ਕੰਮ ਹੈ ਜਿਹੜੇ ਕੇਵਲ ਜਿੰਮੀ ਦੇ ਕੋਲ ਹਨ। ਮੇਰਾ ਵਿਚਾਰ ਹੈ ਜਿੰਮੀ ਨੂੰ ਫੜਨਾ ਜ਼ਰੂਰੀ ਹੈ। ਇਸ ਵਾਰ ਉਸ ਨੂੰ ਪੂਰੀ ਸਜ਼ਾ ਭੁਗਤਣੀ ਪਵੇਗੀ। ਇਸ ਵਾਰ ਉਸ ਨੂੰ ਮਾਫ਼ੀ ਨਹੀਂ ਮਿਲੇਗੀ। ਅਚਾਨਕ ਔਰਤਾਂ ਦਾ ਉੱਚੀ ਉੱਚੀ ਸ਼ੋਰ ਹੋਇਆ। ਸਾਰਿਆਂ ਤੋਂ ਨਿਗਾਹ ਬਚਾ ਕੇ 9 ਸਾਲਾਂ ਦੀ ਮੇ ਨੇ ਅਗਾਥਾ ਨੂੰ ਤਹਿਖਾਨੇ ਵਿੱਚ ਬੰਦ ਕਰ ਦਿੱਤਾ। ਦਰਵਾਜ਼ਾ ਬੰਦ ਕਰਕੇ ਚਿਟਕਣੀ ਲਗਾ ਦਿੱਤੀ ਜਿਵੇਂ ਆਪਣੇ ਨਾਨਾ ਨੂੰ ਕਰਦਿਆਂ ਵੇਖਿਆ ਸੀ। ਮਿਸਟਰ ਅਦਮਸ ਨੇ ਜਲਦੀ ਨਾਲ ਦਰਵਾਜ਼ੇ ਦੇ ਹੈਂਡਲ ਨੂੰ ਇੱਧਰ ਉੱਧਰ ਘੁਮਾਇਆ। ਕੁਝ ਦੇਰ ਪਿੱਛੋਂ ਦੁਖੀ ਆਵਾਜ਼ ਵਿੱਚ ਬੋਲੇ, ਦਰਵਾਜ਼ਾ ਨਹੀਂ ਖੁੱਲ੍ਹ ਸਕੇਗਾ। ਘੜੀ ਵਿੱਚ ਚਾਬੀ ਨਹੀਂ ਭਰੀ ਗਈ ਤੇ ਖੁੱਲ੍ਹਣ ਦਾ ਸਮਾਂ ਵੀ ਨਿਸ਼ਚਿਤ ਨਹੀਂ ਕੀਤਾ ਗਿਆ। ਅਗਾਥਾ ਦੀ ਮਾਂ ਨੇ ਸੁਣ ਕੇ ਚੀਕ ਮਾਰੀ। ਚੁੱਪ। ਮਿਸਟਰ ਅਦਮਸ ਨੇ ਆਪਣੇ ਕੰਬਦੇ ਦੇ ਹੱਥ ਉੱਪਰ ਕਰਕੇ ਆਖਿਆ। ਸਾਰੇ ਥੋੜ੍ਹੀ ਦੇਰ ਚੁੱਪ ਰਹੇ। ਫਿਰ ਉਹਨਾਂ ਪੂਰਾ ਜ਼ੋਰ ਲਗਾ ਕੇ ਅਗਾਥਾ ਨੂੰ ਬੁਲਾਇਆ। ਅਗਾਥਾ, ਮੇਰੀ ਆਵਾਜ਼ ਸੁਣ ਦਿੰਦੀ ਏ? ਤੇ ਖਾਨੇ ਦੇ ਅੰਦਰ ਅਗਾਥਾ ਦੀਆਂ ਚੀਕਾਂ ਅਤੇ ਹੱਥ ਪੈਰ ਮਾਰਨ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਉਹ ਤਹਿਖਾਨੇ ਦੇ ਅੰਧਕਾਰ ਤੋਂ ਘਬਰਾ ਗਈ ਸੀ। ਮੇਰੀ ਪਿਆਰੀ ਬੱਚੀ, ਅਗਾਥਾ ਦੀ ਮਾਂ ਰੋਂਦੀ ਹੋਈ ਬੋਲੀ, ਉਹ ਤਾਂ ਡਰ ਨਾਲ ਹੀ ਮਰ ਜਾਵੇਗੀ। ਦਰਵਾਜ਼ਾ ਖੋਲ੍ਹੋ। ਕੀ ਦਰਵਾਜ਼ਾ ਨਹੀਂ ਤੋੜ ਸਕਦੇ? ਕੀ ਇੰਨੇ ਆਦਮੀਆਂ ਵਿੱਚੋਂ ਕੋਈ ਕੁਝ ਨਹੀਂ ਕਰ ਸਕਦਾ? ਦਰਵਾਜ਼ਾ ਖੋਲ੍ਹਣ ਵਾਲੇ ਕਾਰੀਗਰ ਲਿਟਲ ਰਾਕ ਰਹਿੰਦੇ ਹਨ। ਮਿਸਟਰ ਆਦਮਸ ਨੇ ਕੰਬਦੀ ਆਵਾਜ਼ ਵਿੱਚ ਆਖਿਆ। ਹੇ ਭਗਵਾਨ! ਸਪੈਂਸਰ, ਤੂੰ ਦੱਸ ਹੁਣ ਕੀ ਕੀਤਾ ਜਾਵੇ? ਇਸ ਹਾਲਤ ਵਿੱਚ ਬੱਚੀ ਦੇਰ ਤੱਕ ਜਿੰਦਾ ਨਹੀਂ ਰਹਿ ਸਕੇਗੀ। ਅੰਦਰ ਹਵਾ ਤੱਕ ਨਹੀਂ ਹੈ। ਇੰਨੀ ਦੇਰ ਵਿੱਚ ਤਾਂ ਉਹ ਡਰ ਨਾਲ ਬੇਹੋਸ਼ ਹੋ ਜਾਵੇਗੀ। ਅਗਾਥਾ ਦੀ ਮਾਂ ਬੇਬਸ ਹੋ ਕੇ ਤਹਿਖਾਨੇ ਦੇ ਦਰਵਾਜ਼ੇ ਨੂੰ ਦੋਵਾਂ ਹੱਥਾਂ ਨਾਲ ਕੁੱਟਣ ਲੱਗੀ। ਕਿਸੇ ਨੇ ਦਰਵਾਜ਼ੇ ਨੂੰ ਬਾਰੂਦ ਨਾਲ ਉਡਾ ਦੇਣ ਦਾ ਸੁਝਾਅ ਦਿੱਤਾ। ਅਨਾਬੇਲ ਨੇ ਜਿੰਮੀ ਵੱਲ ਵੇਖਿਆ। ਉਸ ਦੀਆਂ ਵੱਡੀਆਂ ਵੱਡੀਆਂ ਅੱਖਾਂ ਵਿੱਚ ਦਰਦ ਸੀ, ਪਰੰਤੂ ਅਜੇ ਉਹਨਾਂ ਨੂੰ ਨਿਰਾਸ਼ਾ ਨਹੀਂ ਆਈ ਸੀ। ਔਰਤ ਨੂੰ ਆਪਣੇ ਪ੍ਰੇਮ ਦੀ ਸ਼ਕਤੀ ਦੇ ਸਾਹਮਣੇ ਕੋਈ ਕੰਮ ਨਾਮੁਮਕਿਨ ਨਹੀਂ ਲੱਗਦਾ। ਕੀ ਤੂੰ ਵੀ ਕੁਝ ਨਹੀਂ ਕਰ ਸਕਦਾ? ਰਾਲਫ, ਕੁਝ ਤਾਂ ਕਰ। ਸਪੈਂਸਰ ਨੇ ਆਪਣੇ ਹੋਠਾਂ ਉੱਪਰ ਇੱਕ ਅਜੀਬ ਜਿਹੀ ਮੁਸਕਰਾਹਟ ਲਿਆ ਕੇ ਅਨਾਬੇਲ ਵੱਲ ਪਿਆਰ ਨਾਲ ਤੱਕਿਆ ਤੇ ਆਖਿਆ, ਅਨਾ, ਉਹ ਗੁਲਾਬ ਦਾ ਫੁੱਲ ਜਿਹੜਾ ਤੂੰ ਲਗਾਇਆ ਹੋਇਆ ਏ, ਦੇ ਦੇ। ਉਸ ਦੀ ਗੱਲ ਦਾ ਵਿਸ਼ਵਾਸ ਨਾ ਕਰਦਿਆਂ ਹੋਇਆ ਵੀ ਅਨਾ ਨੇ ਆਪਣੇ ਵਾਲਾਂ ਵਿੱਚ ਲੱਗੇ ਫੁੱਲ ਨੂੰ ਕੱਢ ਕੇ ਉਸ ਨੂੰ ਦੇ ਦਿੱਤਾ। ਜਿੰਮੀ ਨੇ ਉਸ ਨੂੰ ਆਪਣੀ ਜੇਬ ਵਿੱਚ ਰੱਖ ਲਿਆ ਅਤੇ ਕੋਟ ਲਾ ਕੇ ਸੁੱਟ ਦਿੱਤਾ ਤੇ ਕਮੀਜ਼ ਦੀਆਂ ਬਾਹਾਂ ਉੱਪਰ ਚੜ੍ਹਾ ਲਈਆਂ। ਇਸ ਪਿੱਛੋਂ ਸਪੈਂਸਰ ਮਰ ਗਿਆ ਅਤੇ ਉਸ ਦੀ ਥਾਂ ਜਿੰਮੀ ਨੇ ਲੈ ਲਈ। ਸਭ ਦਰਵਾਜ਼ੇ ਕੋਲੋਂ ਪਰੇ ਹਟ ਜਾਓ, ਉਸਨੇ ਉੱਚੀ ਆਵਾਜ਼ ਵਿੱਚ ਆਖਿਆ। ਜਦ ਸਾਰੇ ਪਿੱਛੇ ਹਟ ਗਏ ਤਾਂ ਉਸਨੇ ਆਪਣਾ ਸੂਟਕੇਸ ਮੇਜ਼ ਉੱਪਰ ਰੱਖਿਆ ਤੇ ਖੋਲ੍ਹ ਦਿੱਤਾ। ਇਸ ਪਿੱਛੋਂ ਉਹ ਦੂਜੇ ਲੋਕਾਂ ਦੀ ਹਾਜ਼ਰੀ ਤੋਂ ਬੇਖਬਰ ਹੋ ਗਿਆ। ਹੌਲੀ ਹੌਲੀ ਸੀਟੀ ਵਜਾਉਂਦੇ ਹੋਇਆਂ ਉਹ ਤੇਜ਼ੀ ਨਾਲ ਅਜੀਬ ਜਿਹੇ ਦਿਖਾਈ ਦੇਣ ਵਾਲੇ ਚਮਕੀਲੇ ਔਜ਼ਾਰ ਤਰਤੀਬਵਾਰ ਮੇਜ਼ ਉੱਤੇ ਰੱਖਣ ਲੱਗਾ। 10 ਮਿੰਟਾਂ ਅੰਦਰ ਤੇਜ਼ੀ ਦਾ
ਆਪਣਾ ਹੀ ਪੁਰਾਣਾ ਰਿਕਾਰਡ ਤੋੜ ਕੇ ਜਿੰਮੀ ਨੇ ਚਿਟਕਣੀਆਂ ਪਿੱਛੋਂ ਹਟਾ ਦਿੱਤੀਆਂ। ਦਰਵਾਜ਼ਾ ਖੁੱਲ੍ਹ ਗਿਆ। ਬੇਹੋਸ਼ ਹੋ ਅਗਾਥਾ ਬਿਲਕੁਲ ਠੀਕ ਸੀ। ਉਸ ਦੀ ਮਾਂ ਨੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲਿਆ। ਜਿੰਮੀ ਨੇ ਆਪਣਾ ਕੋਟ ਪਹਿਨ ਲਿਆ ਤੇ ਕਾਊਂਟਰ ਕੋਲੋਂ ਦੀ ਹੁੰਦਾ ਹੋਇਆ ਬਾਹਰ ਵੱਲ ਤੁਰ ਗਿਆ। ਜਾਂਦਿਆਂ ਜਾਂਦਿਆਂ ਉਸ ਨੂੰ ਇੰਜ ਲੱਗਿਆ ਜਿਵੇਂ ਕੋਈ ਜਾਣੀ ਪਛਾਣੀ ਆਵਾਜ਼ ਨੇ ਪਿੱਛੋਂ ਬੁਲਾਇਆ ਹੋਵੇ, ਰਾਲਫ। ਪਰ ਉਹ ਰੁਕਿਆ ਨਹੀਂ। ਦਰਵਾਜ਼ੇ ਵਿੱਚ ਇੱਕ ਮੋਟਾ ਜਿਹਾ ਆਦਮੀ ਉਸ ਦਾ ਰਾਹ ਰੋਕੀ ਖੜੋਤਾ ਸੀ। ਹੈਲੋ ਵੈਨ, ਜਿੰਮੀ ਨੇ ਆਖਿਆ। ਉਹਦੇ ਚਿਹਰੇ ਤੋਂ ਅਜੀਬ ਜਿਹੀ ਮੁਸਕਰਾਹਟ ਅਜੇ ਤੱਕ ਖਤਮ ਨਹੀਂ ਸੀ ਹੋਈ। ਆਖਿਰ ਤੂੰ ਇੱਥੇ ਵੀ ਪਹੁੰਚ ਹੀ ਗਿਆ। ਅੱਛਾ, ਆ ਹੁਣ ਚੱਲੀਏ। ਮੇਰੇ ਲਈ ਹੁਣ ਕੋਈ ਫਰਕ ਨਹੀਂ ਪੈਂਦਾ। ਪਰ ਬੈਨ ਦਾ ਵਤੀਰਾ ਕੁਝ ਹੋਰ ਹੀ ਢੰਗ ਦਾ ਸੀ। ਮਿਸਟਰ ਸਪੈਂਸਰ, ਲੱਗਦਾ ਹੈ ਤੁਹਾਨੂੰ ਕੁਝ ਗਲਤਫਹਿਮੀ ਹੋ ਗਈ ਹੈ, ਉਸ ਨੇ ਆਖਿਆ। ਇਹ ਨਾ ਸੋਚੋ ਕਿ ਮੈਂ ਤੁਹਾਨੂੰ ਪਛਾਣ ਗਿਆ ਹਾਂ। ਤੁਹਾਡੀ ਬੱਗੀ ਬਾਹਰ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਤੇ ਬ੍ਰੇਨ ਪ੍ਰਾਈਜ਼ ਇਕੱਲਾ ਹੀ ਸੜਕ ਉੱਪਰ ਚੱਲ ਪਿਆ।